ਸਤਿ ਸ਼੍ਰੀ ਅਕਾਲ ਦੋਸਤੋ, ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ। ਸ਼ਾਲੂ ਇੱਕ ਵਿਧਵਾ ਸੀ। ਉਸਦੇ ਪਤੀ ਦੀ ਛੋਟੀ ਉਮਰ ਵਿੱਚ ਹੀ ਮੌਤ ਹੋ ਜਾਂਦੀ ਹੈ। ਉਸਦਾ ਪਤੀ ਉਸਦੀ ਗੋਦੀ ਵਿੱਚ ਇੱਕ ਛੋਟਾ ਬੱਚਾ ਛੱਡ ਕੇ ਇਸ ਸੰਸਾਰ ਤੋਂ ਨਵੀਂ ਦੁਨੀਆ ਵਿੱਚ ਚਲਾ ਜਾਂਦਾ ਹੈ। ਸ਼ਾਲੂ ਆਪਣੇ ਸਹੁਰਿਆਂ ਨਾਲ ਹੀ ਰਹਿੰਦੀ ਸੀ ਕਿਉਂਕਿ ਉਹਨਾਂ ਦਾ ਪ੍ਰੇਮ ਵਿਆਹ ਹੋਇਆ ਸੀ, ਜੋ ਸ਼ਾਲੂ ਦੇ ਸਹੁਰਿਆਂ ਨੂੰ ਮਨਜ਼ੂਰ ਨਹੀਂ ਸੀ। ਸ਼ਾਲੂ ਨੇ ਦੁਬਾਰਾ ਵਿਆਹ ਨਹੀਂ ਕਰਵਾਇਆ। ਉਸਦੇ ਮਾਤਾ-ਪਿਤਾ ਨੇ ਉਸਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਆਪਣੀ ਜ਼ਿੰਦਗੀ ਆਪਣੇ ਬੇਟੇ ਦੀਪੇ ਨਾਲ ਹੀ ਬਤੀਤ ਕਰਨਾ ਚਾਹੁੰਦੀ ਸੀ। ਉਹ ਆਪਣੇ ਮਾਪਿਆਂ ਨੂੰ ਕਹਿੰਦੀ ਸੀ ਕਿ ਸਿਰਫ ਦੀਪਾ ਹੀ ਬੁਢਾਪੇ ਵਿੱਚ ਮੇਰਾ ਸਹਾਰਾ ਬਣੇਗਾ। ਇਸ ਦੇ ਸਹਾਰੇ ਮੈਂ ਸਾਰੀ ਉਮਰ ਰਹਾਂਗੀ। ਸ਼ਾਲੂ ਦਿਨ ਰਾਤ ਮਿਹਨਤ ਕਰਕੇ ਆਪਣੇ ਬੱਚੇ ਨੂੰ ਪਾਲਣ ਪੋਸ਼ਣ ਕਰਦੀ ਸੀ। ਉਸਦੀ ਪੜ੍ਹਾਈ ਤੇ ਘਰ ਦਾ ਖਰਚਾ ਸ਼ਾਲੂ ਆਪ ਹੀ ਚਲਾਉਂਦੀ ਸੀ। ਉਸਨੇ ਕਦੇ ਆਪਣੇ ਮਾਂ-ਬਾਪ ਤੇ ਸਹੁਰਿਆਂ ਤੋਂ ਮਦਦ ਨਹੀਂ ਲਈ ਸੀ। ਉਹ ਬਹੁਤ ਹੀ ਆਤਮ ਵਿਸ਼ਵਾਸ ਵਾਲੀ ਔਰਤ ਸੀ। ਦਿਨ ਇਸੇ ਤਰ੍ਹਾਂ ਬੀਤਦੇ ਗਏ। ਦੀਪੇ ਨੂੰ ਵਧੀਆ ਸਿੱਖਿਆ ਦਿੱਤੀ ਤੇ ਉਸਨੂੰ ਆਪਣੇ ਪੈਰਾਂ ਤੇ ਖੜਾ ਕਰਨ ਲਈ ਉਸਨੇ ਆਪਣੀਆਂ ਸਾਰੀਆਂ ਇੱਛਾਵਾਂ ਦਾ ਗਲਾ ਘੁੱਟ ਦਿੱਤਾ। ਦੀਪਾ ਜਦੋਂ ਕਮਾਉਣ ਲੱਗਾ ਤਾਂ ਸ਼ਾਲੂ ਬੁੱਢੀ ਹੋ ਗਈ ਸੀ। ਹੁਣ ਸ਼ਾਲੂ ਚਾਹੁੰਦੀ ਸੀ ਕਿ ਦੀਪਾ ਕਮਾਉਣ ਲੱਗ ਪਿਆ ਹੈ ਤਾਂ ਉਹ ਵਿਆਹ ਕਰਵਾ ਲਵੇ। ਕੌਣ ਜਾਣੇ ਹੋਰ ਕਿੰਨੀ ਜ਼ਿੰਦਗੀ ਬਾਕੀ ਹੈ। ਦੀਪਾ ਸ਼ਾਲੂ ਦਾ ਪਕਾਇਆ ਖਾਣਾ ਖਾਂਦਾ ਰਿਹਾ। ਉਸਨੂੰ ਆਪਣੀ ਮਾਂ ਤੋਂ ਇਲਾਵਾ ਕਿਸੇ ਹੋਰ ਦਾ ਪਕਾਇਆ ਖਾਣਾ ਪਸੰਦ ਨਹੀਂ ਸੀ। ਇੱਕ ਦਿਨ ਸ਼ਾਲੂ ਦੀਪੇ ਨੂੰ ਕਹਿੰਦੀ, ਹੁਣ ਮੈਂ ਬੁੱਢੀ ਹੋ ਗਈ ਹਾਂ, ਮੈਂ ਹੁਣ ਇੰਨਾ ਕੰਮ ਨਹੀਂ ਕਰ ਸਕਦੀ। ਤੂੰ ਸਿਆਣਾ ਹੋ ਗਿਆ ਹੈ ਤੇ ਤੈਨੂੰ ਚੰਗੀ ਨੌਕਰੀ ਮਿਲ ਗਈ ਹੈ। ਹੁਣ ਸਾਡੇ ਕੋਲ ਕਿਸੇ ਕਿਸਮ ਦੀ ਕਮੀ ਨਹੀਂ ਹੈ। ਰੱਬ ਨੇ ਸਾਨੂੰ ਸਭ ਕੁਝ ਦਿੱਤਾ ਹੈ। ਤੈਨੂੰ ਵਿਆਹ ਕਰ ਲੈਣਾ ਚਾਹੀਦਾ ਹੈ। ਦੀਪੇ ਨੇ ਕਿਹਾ, ਮਾਂ ਮੈਂ ਸਮਝ ਸਕਦਾ ਹਾਂ, ਪਰ ਸਾਡਾ ਪਿਆਰ ਕਿਸੇ ਹੋਰ ਨਾਲ ਨਹੀਂ ਵੰਡ ਸਕਦਾ। ਜੇ ਮੈਂ ਕਿਸੇ ਨਾਲ ਵਿਆਹ ਕਰਾ ਕੇ ਉਸਨੂੰ ਤੇਰੀ ਨੂੰਹ ਬਣਾ ਕੇ ਘਰ ਲਿਆਉਂਦਾ ਹਾਂ ਤਾਂ ਮੈਨੂੰ ਉਸਦੇ ਹੱਥ ਦਾ ਭੋਜਨ ਖਾਣਾ ਪਵੇਗਾ, ਜੋ ਮੈਂ ਨਹੀਂ ਖਾ ਸਕਦਾ। ਮੈਨੂੰ ਤੁਹਾਡੇ ਹੱਥ ਦਾ ਖਾਣਾ ਪਸੰਦ ਹੈ। ਸ਼ਾਲੂ ਹੱਸਣ ਲੱਗੀ ਤੇ ਦੀਪੇ ਨੂੰ ਕਿਹਾ, ਤੂੰ ਵੀ ਬਹੁਤ ਵੱਡਾ ਮੂਰਖ ਹੈ। ਤੇਰਾ ਵਿਆਹ ਤਾਂ ਹੋਣਾ ਹੀ ਹੈ ਤੇ ਖਾਣਾ ਤਾਂ ਮੈਂ ਵਿਆਹ ਤੋਂ ਬਾਅਦ ਵੀ ਤਿਆਰ ਕਰਾਂਗੀ। ਇਸ ਦੀ ਚਿੰਤਾ ਨਾ ਕਰ। ਰਹੀ ਗੱਲ ਤੁਹਾਡੇ ਤੇ ਮੇਰੇ ਵਿਚਕਾਰ ਕਿਸੇ ਦੇ ਆਉਣ ਦੀ, ਤਾਂ ਜੇ ਹਰ ਕੋਈ ਅਜਿਹਾ ਸੋਚੇ ਤਾਂ ਵੰਸ਼ ਕਿਵੇਂ ਅੱਗੇ ਵਧੇਗਾ। ਲੋਕ ਕਦੇ ਵਿਆਹ ਹੀ ਨਹੀਂ ਕਰਨਗੇ। ਦੀਪਾ ਕਹਿਣ ਲੱਗਾ, ਪਰ ਮਾਂ ਮੈਂ ਨਹੀਂ ਚਾਹੁੰਦਾ ਕਿ ਮੇਰਾ ਵਿਆਹ ਹੋ ਜਾਵੇ। ਮੈਨੂੰ ਥੋੜਾ ਸਮਾਂ ਦਿਓ। ਸ਼ਾਲੂ ਬੋਲੀ, ਕਿੰਨਾ ਸਮਾਂ ਲੈਣਾ ਹੈ? ਮੇਰੀ ਉਮਰ ਦਾ ਕੋਈ ਭਰੋਸਾ ਨਹੀਂ। ਮੈਂ ਮਰਨ ਤੋਂ ਪਹਿਲਾਂ ਤੇਰਾ ਘਰ ਵਸਦਾ ਦੇਖਣਾ ਚਾਹੁੰਦੀ ਹਾਂ। ਕੋਈ ਚੰਗੀ ਕੁੜੀ ਆਵੇ ਜੋ ਇਸ ਘਰ ਨੂੰ ਆਪਣਾ ਬਣਾ ਲਵੇ। ਮੇਰੇ ਕੋਲ ਸਭ ਕੁਝ ਹੈ। ਮੈਨੂੰ ਇੰਨਾ ਚੰਗਾ ਪੁੱਤਰ ਮਿਲਿਆ ਹੈ। ਹੁਣ ਚੰਗੀ ਨੂੰਹ ਆ ਜਾਵੇ। ਦੀਪੇ ਨੇ ਕਿਹਾ, ਠੀਕ ਹੈ ਮਾਂ, ਜੋ ਵੀ ਚੰਗਾ ਲੱਗੇ ਉਹ ਕਰੋ। ਸ਼ਾਲੂ ਦੀਪੇ ਲਈ ਕੁੜੀਆਂ ਲੱਭਣ ਲੱਗੀ, ਪਰ ਦੀਪੇ ਨੂੰ ਕਿਸੇ ਹੋਰ ਕੁੜੀ ਨਾਲ ਪਿਆਰ ਸੀ, ਪਰ ਆਪਣੀ ਮਾਂ ਨੂੰ ਕਹਿਣ ਤੋਂ ਡਰਦਾ ਸੀ। ਇੱਕ ਦਿਨ ਸ਼ਾਲੂ ਨੇ ਦੀਪੇ ਨੂੰ ਇੱਕ ਕੁੜੀ ਦੀ ਤਸਵੀਰ ਦਿਖਾ ਕੇ ਕਿਹਾ, ਮੈਨੂੰ ਇਹ ਕੁੜੀ ਪਸੰਦ ਹੈ। ਜੇਕਰ ਤੁਸੀਂ ਕਹੋਗੇ ਤਾਂ ਮੈਂ ਗੱਲਬਾਤ ਸ਼ੁਰੂ ਕਰ ਦਿਆਂਗੀ। ਫਿਰ ਦੀਪਾ ਆਪਣੀ ਮਾਂ ਨੂੰ ਆਪਣੇ ਮਨ ਦੀ ਗੱਲ ਦੱਸਦਾ ਹੈ। ਮਾਂ ਮੈਂ ਇੱਕ ਕੁੜੀ ਨੂੰ ਪਿਆਰ ਕਰਦਾ ਹਾਂ। ਸਾਡਾ ਕਾਫੀ ਸਮੇਂ ਤੋਂ ਅਫੇਅਰ ਚੱਲ ਰਿਹਾ ਹੈ। ਉਹ ਮੇਰੇ ਦਫ਼ਤਰ ਵਿੱਚ ਕੰਮ ਕਰਦੀ ਹੈ। ਸ਼ਾਲੂ ਨੇ ਕਿਹਾ, ਤਾਂ ਤੂੰ ਮੈਨੂੰ ਕਿਉਂ ਨਹੀਂ ਦੱਸਿਆ ਬੇਟਾ? ਮਾਂ ਬਸ ਮੈਂ ਥੋੜਾ ਡਰਿਆ ਹੋਇਆ ਸੀ। ਪਹਿਲਾਂ ਮੈਂ ਆਪਣੇ ਪੈਰਾਂ ਤੇ ਖੜਨ ਦਾ ਸੋਚਿਆ, ਉਸ ਤੋਂ ਬਾਅਦ ਮੈਂ ਤੁਹਾਨੂੰ ਸਭ ਕੁਝ ਦੱਸਾਂਗਾ, ਪਰ ਤੁਸੀਂ ਵਿਆਹ ਦੀ ਜਲਦਬਾਜ਼ੀ ਕਰ ਰਹੇ ਹੋ, ਇਸ ਲਈ ਹੁਣ ਮੈਂ ਤੁਹਾਨੂੰ ਦੱਸ ਦਿੱਤਾ ਹੈ। ਦੀਪੇ, ਮੈਂ ਤੇਰੇ ਲਈ ਕੁੜੀਆਂ ਲੱਭ ਰਹੀ ਸੀ। ਤੂੰ ਮੈਨੂੰ ਕਿਹਾ ਹੁੰਦਾ ਕਿ ਤੈਨੂੰ ਉਹ ਕੁੜੀ ਚੰਗੀ ਲੱਗਦੀ ਹੈ, ਮੈਂ ਤੇਰਾ ਵਿਆਹ ਉਸ ਨਾਲ ਹੀ ਕਰਵਾ ਦਿੰਦੀ। ਮੈਂ ਕੌਣ ਹਾਂ ਇਨਕਾਰ ਕਰਨ ਵਾਲੀ? ਤੇਰੇ ਬਾਪੂ ਦੀ ਮੌਤ ਤੋਂ ਬਾਅਦ ਮੈਂ ਵਿਆਹ ਇਸ ਲਈ ਨਹੀਂ ਕਰਵਾਇਆ ਕਿ ਤੇਰੇ ਪਾਲਣ ਪੋਸ਼ਣ ਵਿੱਚ ਕੋਈ ਰੁਕਾਵਟ ਨਾ ਆਵੇ, ਪਰ ਮੇਰੇ ਤੋਂ ਇੰਨੀ ਵੱਡੀ ਗੱਲ ਛੁਪਾਉਣਾ ਮੈਨੂੰ ਚੰਗਾ ਨਹੀਂ ਲੱਗਾ। ਦੀਪੇ ਨੇ ਕਿਹਾ, ਮਾਫ਼ ਕਰਨਾ ਮਾਂ, ਮੈਨੂੰ ਡਰ ਸੀ ਕਿ ਤੁਸੀਂ ਨਾਰਾਜ਼ ਨਾ ਹੋ ਜਾਵੋ, ਤੇ ਆਪਣੀ ਮਾਂ ਨੂੰ ਜੱਫੀ ਪਾ ਕੇ ਰੋਣ ਲੱਗਾ ਤੇ ਉਸ ਤੋਂ ਮਾਫ਼ੀ ਮੰਗਣ ਲੱਗਾ। ਬਸ ਕਰ, ਇਸ ਬੁੱਢੀ ਔਰਤ ਨੂੰ ਇੰਨਾ ਕਿਉਂ ਰਵਾ ਰਿਹਾ ਹੈ? ਮੈਨੂੰ ਉਸ ਨਾਲ ਮਿਲਾਏਗਾ ਕਿ ਨਹੀਂ? ਕੁੜੀ ਦਾ ਨਾਮ ਤਾਂ ਦੱਸ ਕੀ ਹੈ? ਉਸ ਦਾ ਨਾਮ ਮੋਨਿਕਾ ਹੈ ਮਾਂ। ਮੈਂ ਤੁਹਾਨੂੰ ਉਸ ਦੀ ਤਸਵੀਰ ਦਿਖਾਉਂਦਾ ਹਾਂ। ਦੀਪਾ ਆਪਣੇ ਮੋਬਾਈਲ ਵਿੱਚੋਂ ਮੋਨਿਕਾ ਦੀ ਤਸਵੀਰ ਆਪਣੀ ਮਾਂ ਨੂੰ ਦਿਖਾਉਂਦਾ ਹੈ। ਸ਼ਾਲੂ ਮੋਨਿਕਾ ਦੀ ਤਸਵੀਰ ਦੇਖ ਕੇ ਰਿਸ਼ਤੇ ਲਈ ਹਾਂ ਕਰ ਦਿੰਦੀ ਹੈ ਤੇ ਕੁਝ ਦਿਨਾਂ ਬਾਅਦ ਉਹਨਾਂ ਦਾ ਵਿਆਹ ਹੋ ਜਾਂਦਾ ਹੈ। ਮੋਨਿਕਾ ਵੀ ਨੌਕਰੀ ਕਰਦੀ ਸੀ, ਇਸ ਲਈ ਸ਼ਾਲੂ ਨੂੰ ਸਾਰਾ ਦਿਨ ਇਕੱਲੀ ਨੂੰ ਬਿਤਾਉਣਾ ਪੈਂਦਾ ਸੀ, ਪਰ ਘਰ ਦੇ ਰੀਤੀ ਰਿਵਾਜਾਂ ਮੁਤਾਬਿਕ ਮੋਨਿਕਾ ਨੂੰ ਕੁਝ ਦਿਨ ਘਰ ਹੀ ਰਹਿਣਾ ਪਿਆ ਸੀ। ਸਾਰੇ ਰੀਤੀ ਰਿਵਾਜ ਹੋਣ ਤੋਂ ਬਾਅਦ ਮੋਨਿਕਾ ਵੀ ਆਪਣੇ ਕੰਮ ਤੇ ਜਾਣ ਲੱਗ ਪਈ। ਕੁਝ ਦਿਨ ਤਾਂ ਚੰਗੇ ਲੰਘ ਗਏ। ਸ਼ਾਲੂ ਸੋਚਦੀ ਸੀ ਕਿ ਪੁੱਤ ਦਾ ਵਿਆਹ ਕਰਕੇ ਮੈਨੂੰ ਆਰਾਮ ਮਿਲੇਗਾ, ਪਰ ਉਸਨੂੰ ਇਹ ਨਹੀਂ ਪਤਾ ਸੀ
ਕਿ ਉਸ ਦਾ ਕੰਮ ਹੋਰ ਵੱਧ ਜਾਵੇਗਾ। ਦੀਪਾ ਤੇ ਮੋਨਿਕਾ ਸਵੇਰੇ ਸਵੇਰੇ ਆਪਣੇ ਕੰਮਾਂ ਤੇ ਚਲੇ ਜਾਂਦੇ ਤੇ ਸ਼ਾਮ ਨੂੰ ਘਰ ਵਾਪਸ ਆਉਂਦੇ। ਹਰ ਰੋਜ਼ ਇਸੇ ਤਰ੍ਹਾਂ ਚੱਲਦਾ ਰਿਹਾ। ਇੱਕ ਦਿਨ ਜਦੋਂ ਉਹ ਦੋਵੇਂ ਸ਼ਾਮ ਨੂੰ ਘਰ ਆਏ ਤਾਂ ਦੇਖਿਆ ਕਿ ਸ਼ਾਲੂ ਦੀ ਤਬੀਅਤ ਬਹੁਤ ਖਰਾਬ ਸੀ। ਦੀਪਾ ਸ਼ਾਲੂ ਨੂੰ ਹਸਪਤਾਲ ਲੈ ਗਿਆ। ਡਾਕਟਰ ਨੇ ਸ਼ਾਲੂ ਨੂੰ ਆਰਾਮ ਕਰਨ ਲਈ ਕਿਹਾ ਤੇ ਕੋਈ ਕੰਮ ਨਾ ਕਰਨ ਦੀ ਸਲਾਹ ਦਿੱਤੀ। ਫਿਰ ਮੋਨਿਕਾ ਨੂੰ ਆਪਣੀ ਨੌਕਰੀ ਛੱਡ ਕੇ ਘਰ ਸੰਭਾਲਣਾ ਪਿਆ। ਮੋਨਿਕਾ ਨੂੰ ਵਧੀਆ ਖਾਣਾ ਬਣਾਉਣਾ ਨਹੀਂ ਆਉਂਦਾ ਸੀ, ਜਿਸ ਕਰਕੇ ਘਰ ਵਿੱਚ ਹਰ ਰੋਜ਼ ਕਲੇਸ਼ ਰਹਿੰਦਾ ਸੀ। ਮਾਂ ਖਾਣਾ ਵਧੀਆ ਬਣਾਉਂਦੀ ਹੈ, ਪਰ ਤੈਨੂੰ ਤਾਂ ਖਾਣਾ ਬਣਾਉਣਾ ਵੀ ਨਹੀਂ ਆਉਂਦਾ। ਇੱਕ ਦਿਨ ਸ਼ਾਲੂ ਨੇ ਕਿਹਾ, ਤੁਸੀਂ ਦੋਵੇਂ ਰੋਜ਼ ਇਸ ਤਰ੍ਹਾਂ ਕਿਉਂ ਲੜਦੇ ਹੋ? ਹੁਣ ਮੈਂ ਠੀਕ ਹਾਂ, ਖਾਣਾ ਮੈਂ ਹੀ ਬਣਾਵਾਂਗੀ। ਤੇ ਮੋਨਿਕਾ ਨੂੰ ਕਿਹਾ, ਤੁਸੀਂ ਦੁਬਾਰਾ ਨੌਕਰੀ ਤੇ ਜਾਣਾ ਸ਼ੁਰੂ ਕਰ ਦਿਓ। ਦੀਪਾ ਕਹਿੰਦਾ, ਨਹੀਂ ਮਾਂ, ਮੋਨਿਕਾ ਨੌਕਰੀ ਨਹੀਂ ਕਰੇਗੀ। ਹੁਣ ਉਹ ਘਰ ਵਿੱਚ ਹੀ ਰਹੇਗੀ ਤੇ ਤੁਹਾਡੇ ਤੋਂ ਖਾਣਾ ਬਣਾਉਣਾ ਸਿੱਖੇਗੀ, ਨਾਲੇ ਤੁਹਾਡੀ ਦੇਖਭਾਲ ਕਰੇਗੀ। ਮੈਂ ਆਪਣੇ ਸਾਰੇ ਘਰੇਲੂ ਖਰਚਿਆਂ ਨੂੰ ਪੂਰਾ ਕਰਨ ਲਈ ਪੈਸਾ ਕਮਾ ਲੈਂਦਾ ਹਾਂ ਤੇ ਮੋਨਿਕਾ ਨੂੰ ਨੌਕਰੀ ਕਰਨ ਦੀ ਲੋੜ ਨਹੀਂ ਹੈ। ਮੋਨਿਕਾ, ਦੀਪੇ, ਤੂੰ ਇੰਨਾ ਵੱਡਾ ਫੈਸਲਾ ਇਕੱਲੇ ਨੇ ਲੈ ਲਿਆ, ਉਹ ਵੀ ਮੇਰੀ ਸਲਾਹ ਲੈ ਤੋਂ ਬਿਨਾਂ। ਦੀਪੇ ਨੇ ਕਿਹਾ, ਯਾਰ ਇਸ ਵਿੱਚ ਸਲਾਹ ਕਰਨ ਵਾਲੀ ਕਿਹੜੀ ਗੱਲ ਹੈ? ਮਾਂ ਦੀ ਤਬੀਅਤ ਠੀਕ ਨਹੀਂ ਹੈ, ਤੂੰ ਹੁਣ ਮਾਂ ਕੋਲ ਰਿਹਾ ਕਰ। ਇਹ ਕਹਿ ਕੇ ਦੀਪਾ ਚਲਾ ਜਾਂਦਾ ਹੈ। ਮੋਨਿਕਾ ਅੰਦਰੋਂ ਅੰਦਰੀ ਦੀਪੇ ਦੀ ਮਾਂ ਨਾਲ ਨਫ਼ਰਤ ਕਰਨ ਲੱਗੀ। ਉਸ ਦੇ ਖਾਣੇ ਦੀ ਤਾਰੀਫ ਵਾਰ-ਵਾਰ ਉਸ ਨੂੰ ਪਰੇਸ਼ਾਨ ਕਰ ਰਹੀ ਸੀ। ਇੱਕ ਦਿਨ ਰਾਤ ਦੇ ਸਮੇਂ ਮੋਨਿਕਾ ਨੇ ਦੀਪੇ ਨੂੰ ਕਿਹਾ, ਮੈਂ ਤਾਂ ਬਹੁਤ ਵਧੀਆ ਖਾਣਾ ਬਣਾਉਂਦੀ ਹਾਂ, ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਤੁਹਾਨੂੰ ਕਿਉਂ ਨਹੀਂ ਪਸੰਦ ਆਉਂਦਾ। ਦੀਪਾ, ਮੋਨਿਕਾ, ਮੈਂ ਬਚਪਨ ਤੋਂ ਹੀ ਆਪਣੀ ਮਾਂ ਦਾ ਬਣਾਇਆ ਖਾਣਾ ਖਾਂਦਾ ਆ ਰਿਹਾ ਹਾਂ, ਇਸ ਲਈ ਮੈਨੂੰ ਕਿਸੇ ਹੋਰ ਦੇ ਹੱਥ ਦਾ ਖਾਣਾ ਖਾਣ ਦੀ ਆਦਤ ਨਹੀਂ ਹੈ। ਤੁਸੀਂ ਚਿੰਤਾ ਨਾ ਕਰੋ, ਹੌਲੀ-ਹੌਲੀ ਸਭ ਠੀਕ ਹੋ ਜਾਵੇਗਾ। ਅਜੇ ਮੇਰੀ ਜੀਭ ਨੂੰ ਮਾਂ ਦੇ ਹੱਥਾਂ ਦਾ ਖਾਣਾ ਖਾਣ ਦੀ ਆਦਤ ਪਈ ਹੋਈ ਹੈ। ਮੋਨਿਕਾ ਗੁੱਸੇ ਵਿੱਚ ਪਾਸਾ ਮੋੜ ਕੇ ਸੌਂ ਜਾਂਦੀ ਹੈ। ਇਸੇ ਤਰ੍ਹਾਂ ਦਿਨ ਲੰਘਦੇ ਰਹੇ ਤੇ ਮੋਨਿਕਾ ਗਰਭਵਤੀ ਹੋ ਜਾਂਦੀ ਹੈ। ਘਰ ਵਿੱਚ ਖੁਸ਼ੀ ਦਾ ਮਾਹੌਲ ਬਣ ਜਾਂਦਾ, ਪਰ ਸ਼ਾਲੂ ਲਈ ਕੰਮ ਵੱਧ ਜਾਂਦਾ ਹੈ। ਪਰ ਉਹ ਫਿਰ ਵੀ ਬਹੁਤ ਖੁਸ਼ ਸੀ ਕਿ ਜਲਦੀ ਹੀ ਬੱਚੇ ਦੇ ਰੋਣ ਦੀ ਆਵਾਜ਼ ਉਸਦੇ ਘਰ ਗੂੰਜਣ ਵਾਲੀ ਸੀ। ਦੂਜੇ ਪਾਸੇ ਮੋਨਿਕਾ ਆਪਣੀ ਸੱਸ ਸ਼ਾਲੂ ਨੂੰ ਦੇਖ ਕੇ ਗੁੱਸੇ ਵਿੱਚ ਆ ਜਾਂਦੀ ਸੀ, ਕਿਉਂਕਿ ਉਸਦੇ ਕਾਰਨ ਉਸਦੀ ਆਜ਼ਾਦੀ ਖਤਮ ਹੋ ਗਈ ਸੀ। ਹੁਣ ਦੀਪਾ ਵੀ ਆਪਣੀ ਮਾਂ ਨਾਲੋਂ ਆਪਣੀ ਪਤਨੀ ਵੱਲ ਜ਼ਿਆਦਾ ਧਿਆਨ ਦਿੰਦਾ ਸੀ ਤੇ ਦੀਪਾ ਆਪਣੀ ਮਾਂ ਦੀ ਗੱਲ ਘੱਟ ਹੀ ਸੁਣਦਾ ਸੀ। ਹੁਣ ਮੋਨਿਕਾ ਸਮਝ ਗਈ ਸੀ ਕਿ ਬੱਚੇ ਦੇ ਕਾਰਨ ਹੁਣ ਮੈਂ ਉਹ ਸਭ ਕਰ ਸਕਦੀ ਹਾਂ ਜੋ ਮੈਂ ਅੱਜ ਤੱਕ ਨਹੀਂ ਕਰ ਸਕੀ। ਮੋਨਿਕਾ ਨੇ ਗਰਭਵਤੀ ਹੋਣ ਕਰਕੇ ਆਪਣੇ ਪਤੀ ਦੀਪੇ ਨੂੰ ਸੱਸ ਦੇ ਖਿਲਾਫ ਕਰਨ ਲਈ ਬਹੁਤ ਫਾਇਦਾ ਉਠਾਇਆ। ਮੋਨਿਕਾ ਦੀਪੇ ਨੂੰ ਕਹਿੰਦੀ ਹੈ, ਪਤਾ ਨਹੀਂ ਅੱਜ ਕੱਲ੍ਹ ਮਾਂ ਨੂੰ ਕੀ ਹੋ ਗਿਆ ਹੈ, ਉਹ ਬਿਲਕੁਲ ਵੀ ਚੰਗਾ ਖਾਣਾ ਨਹੀਂ ਬਣਾਉਂਦੀ ਤੇ ਜਦੋਂ ਮੈਂ ਕਹਾਂ ਕਿ ਮੇਰਾ ਕੁਝ ਹੋਰ ਖਾਣ ਨੂੰ ਮਨ ਕਰਦਾ ਹੈ ਤਾਂ ਵੀ ਉਹ ਕੁਝ ਚੰਗਾ ਨਹੀਂ ਬਣਾ ਕੇ ਦਿੰਦੀ। ਜੇ ਮੈਂ ਚੰਗਾ ਖਾਣਾ ਨਹੀਂ ਖਾਵਾਂਗੀ ਤਾਂ ਬੱਚੇ ਤੇ ਗਲਤ ਅਸਰ ਪਵੇਗਾ। ਤੁਸੀਂ ਮਾਂ ਨੂੰ ਕਿਉਂ ਨਹੀਂ ਸਮਝਾਉਂਦੇ? ਦੀਪਾ, ਮਾਂ ਖਾਣਾ ਚੰਗਾ ਨਾ ਬਣਾਵੇ ਇਹ ਹੋ ਨਹੀਂ ਸਕਦਾ। ਮੈਂ ਵੀ ਉਹੀ ਖਾਣਾ ਖਾ ਰਿਹਾ ਹਾਂ। ਮਾਂ ਦੇ ਹੱਥਾਂ ਦਾ ਸਵਾਦ ਉਹੀ ਪਹਿਲਾਂ ਵਾਲਾ ਹੈ। ਗਰਭਵਤੀ ਹੋਣ ਕਰਕੇ ਤੇਰੇ ਮੂੰਹ ਦਾ ਸਵਾਦ ਵਿਗੜ ਗਿਆ ਹੈ। ਮੋਨਿਕਾ ਸਮਝ ਗਈ, ਇੰਨੀ ਜਲਦੀ ਦੀਪੇ ਨੇ ਨਹੀਂ ਮੰਨਣਾ। ਮੋਨਿਕਾ ਸੋਚਣ ਲੱਗੀ, ਹੁਣ ਕੁਝ ਅਲੱਗ ਕਰਨਾ ਪੈਣਾ। ਸ਼ਾਲੂ ਜਦੋਂ ਖਾਣ ਲਈ ਕੁਝ ਬਣਾਉਂਦੀ ਸੀ, ਮੋਨਿਕਾ ਉਸ ਵਿੱਚ ਨਮਕ ਵਧਾ ਦਿੰਦੀ ਸੀ, ਕਦੇ ਮਿਰਚ, ਕਦੇ ਪਾਣੀ ਜ਼ਿਆਦਾ ਪਾ ਦਿੰਦੀ ਸੀ ਤੇ ਕਦੇ ਖੰਡ ਵੱਧ ਪਾ ਦਿੰਦੀ ਸੀ, ਜਿਸ ਕਾਰਨ ਹਰ ਰੋਜ਼ ਘਰ ਦੇ ਵਿੱਚ ਝਗੜਾ ਹੁੰਦਾ ਸੀ। ਦੀਪਾ ਪਹਿਲੀ ਵਾਰ ਆਪਣੀ ਮਾਂ ਨਾਲ ਲੜ ਰਿਹਾ ਸੀ। ਮਾਂ, ਤੈਨੂੰ ਕੀ ਹੋ ਗਿਆ ਹੈ? ਤੂੰ ਬਿਲਕੁਲ ਘਰ ਵੱਲ ਧਿਆਨ ਨਹੀਂ ਦਿੰਦੀ। ਜਦੋਂ ਦੀ ਮੋਨਿਕਾ ਗਰਭਵਤੀ ਹੋਈ ਹੈ ਉਦੋਂ ਤੋਂ ਮੈਂ ਦੇਖਦਾ ਹਾਂ ਕਿ ਤੂੰ ਜਦੋਂ ਵੀ ਕੋਈ ਚੀਜ਼ ਬਣਾਉਂਦੀ ਹੈ ਬੇਸਵਾਦ ਹੁੰਦੀ ਹੈ ਤੇ ਅੱਜ ਕੱਲ੍ਹ ਤਾਂ ਤੂੰ ਸਾਰਾ ਖਾਣਾ ਵੀ ਨਹੀਂ ਵਧੀਆ ਬਣਾਉਂਦੀ। ਤੁਹਾਡੇ ਦਿਮਾਗ ਵਿੱਚ ਚੱਲ ਕੀ ਰਿਹਾ ਹੈ? ਜੇਕਰ ਇਹ ਅਜਿਹਾ ਹੀ ਚੱਲਦਾ ਰਿਹਾ ਤਾਂ ਮੈਨੂੰ ਖਾਣਾ ਬਣਾਉਣ ਲਈ ਰਸੋਈਆ ਰੱਖਣਾ ਪੈਣਾ। ਮੇਰੀ ਇੰਨੀ ਜ਼ਿਆਦਾ ਆਮਦਨ ਨਹੀਂ ਹੈ ਕਿ ਮੈਂ ਕਿਸੇ ਨੂੰ ਖਾਣਾ ਪਕਾਉਣ ਲਈ ਰੱਖ ਸਕਾਂ। ਸ਼ਾਲੂ ਦੀਪੇ ਨੂੰ ਕਹਿੰਦੀ ਹੈ, ਮੈਨੂੰ ਵੀ ਸਮਝ ਨਹੀਂ ਆਉਂਦੀ ਇਹ ਸਭ ਕਿਵੇਂ ਹੋ ਰਿਹਾ ਹੈ। ਮੈਂ ਉਵੇਂ ਦਾ ਖਾਣਾ ਹੀ ਬਣਾਉਂਦੀ ਹਾਂ ਜਿਵੇਂ ਦਾ ਪਹਿਲਾਂ ਬਣਾਉਂਦੀ ਸੀ। ਮੈਂ ਅਜਿਹਾ ਖਾਣਾ ਜਾਣ-ਬੁੱਝ ਕੇ ਕਿਉਂ ਬਣਾਵਾਂਗੀ ਜੋ ਕਿਸੇ ਨੂੰ ਪਸੰਦ ਨਾ ਆਵੇ। ਤੇ ਮੈਂ ਮੋਨਿਕਾ ਦਾ ਪੂਰਾ ਧਿਆਨ ਰੱਖਦੀ ਹਾਂ। ਮੈਂ ਹੁਣ ਬੁੱਢੀ ਹੋ ਗਈ ਹਾਂ, ਮੇਰੇ ਤੋਂ ਕੰਮ ਨਹੀਂ ਹੁੰਦਾ, ਫਿਰ ਵੀ ਮੈਂ ਕਰ ਰਹੀ ਹਾਂ। ਤੁਸੀਂ ਚਿੰਤਾ ਨਾ ਕਰੋ, ਮੈਂ ਹੀ ਤੁਹਾਡੇ ਲਈ ਵਧੀਆ ਖਾਣਾ ਬਣਾਵਾਂਗੀ। ਤੁਹਾਨੂੰ ਕਿਸੇ ਵੀ ਰਸੋਈਏ ਨੂੰ ਘਰ ਲਿਆਉਣ ਦੀ ਲੋੜ ਨਹੀਂ ਹੈ। ਮੋਨਿਕਾ ਕਹਿੰਦੀ, ਰਹਿਣ ਦਿਓ, ਤੁਸੀਂ ਬਹੁਤ ਸਮਾਂ ਲਗਾ ਦਿਓਗੇ।
ਖਾਣਾ ਬਣਾਉਣ ਲੱਗਿਆ। ਅਸੀਂ ਬਾਹਰੋਂ ਹੀ ਖਾਣਾ ਮੰਗਵਾ ਲੈਂਦੇ ਹਾਂ। ਦੀਪੇ ਨੇ ਖਾਣਾ ਬਾਹਰੋਂ ਮੰਗਵਾ ਲਿਆ। ਦੋਵੇਂ ਖਾਣਾ ਖਾ ਕੇ ਸੌਂ ਜਾਂਦੇ ਹਨ। ਸ਼ਾਲੂ ਸਾਰੀ ਰਾਤ ਜਾਗਦੀ ਰਹਿੰਦੀ ਹੈ ਤੇ ਸੋਚਦੀ ਹੈ ਕਿ ਮੇਰੇ ਤੋਂ ਕੀ ਗਲਤੀ ਹੋ ਗਈ। ਸਵੇਰੇ ਉੱਠ ਕੇ ਸ਼ਾਲੂ ਰਸੋਈ ਵਿੱਚ ਜਾਂਦੀ ਹੈ। ਉੱਥੇ ਦੇਖਦੀ ਹੈ ਕਿ ਉਸਦੇ ਪੁੱਤ ਦੀਪੇ ਨੇ ਖਾਣਾ ਮੰਗਵਾ ਲਿਆ ਸੀ। ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਿਹਾ। ਹੁਣ ਦੀਪੇ ਨੂੰ ਆਪਣੀ ਮਾਂ ਦੇ ਹੱਥ ਦਾ ਖਾਣਾ ਵੀ ਪਸੰਦ ਨਹੀਂ ਸੀ ਤੇ ਮੋਨਿਕਾ ਦਿਨੋਂ ਦਿਨ ਦੀਪੇ ਨੂੰ ਆਪਣੀ ਮਾਂ ਵਿਰੁੱਧ ਭੜਕਾਉਂਦੀ ਰਹੀ ਸੀ, ਜਿਸ ਕਾਰਨ ਘਰ ਵਿੱਚ ਹਰ ਰੋਜ਼ ਲੜਾਈ ਝਗੜੇ ਹੁੰਦੇ ਰਹਿੰਦੇ ਸਨ। ਪਰ ਸ਼ਾਲੂ ਕਦੇ ਕੁਝ ਨਹੀਂ ਕਹਿੰਦੀ ਸੀ। ਬਾਹਰ ਦਾ ਖਾਣਾ ਖਾਣ ਕਾਰਨ ਮੋਨਿਕਾ ਦੀ ਤਬੀਅਤ ਅਚਾਨਕ ਵਿਗੜ ਗਈ। ਦੀਪਾ ਉਸ ਨੂੰ ਹਸਪਤਾਲ ਲੈ ਗਿਆ। ਡਾਕਟਰ ਨੇ ਕਿਹਾ ਕਿ ਬਾਹਰ ਦਾ ਖਾਣਾ ਮਾਂ ਤੇ ਬੱਚੇ ਦੋਵਾਂ ਲਈ ਹਾਨੀਕਾਰਕ ਹੈ। ਸਿਰਫ ਘਰ ਦਾ ਸਾਫ਼ ਸੁਥਰਾ ਖਾਣਾ ਹੀ ਖਾਓ। ਘਰ ਜਾਂਦੇ ਹੋਏ ਮੋਨਿਕਾ ਨੇ ਦੀਪੇ ਨੂੰ ਕਿਹਾ, ਮੈਂ ਤੇਰੀ ਮਾਂ ਕਰਕੇ ਬਿਮਾਰ ਹੋਈ ਹਾਂ। ਜੇ ਤੇਰੀ ਮਾਂ ਮੈਨੂੰ ਚੰਗਾ ਖਾਣਾ ਪਕਾ ਕੇ ਦਿੰਦੀ ਤੇ ਮੇਰਾ ਖਿਆਲ ਰੱਖਦੀ ਤਾਂ ਸ਼ਾਇਦ ਮੇਰੀ ਤਬੀਅਤ ਇੰਨੀ ਨਾ ਖਰਾਬ ਹੁੰਦੀ। ਜੇ ਸਾਡੇ ਬੱਚੇ ਨੂੰ ਕੁਝ ਹੋ ਜਾਂਦਾ ਤਾਂ ਤੇਰੀ ਮਾਂ ਦਾ ਕੀ ਜਾਣਾ ਸੀ। ਨੁਕਸਾਨ ਤਾਂ ਸਾਡਾ ਦੋਵਾਂ ਦਾ ਹੀ ਹੋਣਾ ਸੀ। ਤੁਹਾਨੂੰ ਆਪਣੀ ਮਾਂ ਦਾ ਕੋਈ ਹੱਲ ਕਰਨਾ ਪੈਣਾ ਹੈ। ਦੀਪਾ ਤੇ ਮੋਨਿਕਾ ਦੋਵੇਂ ਘਰ ਆ ਜਾਂਦੇ ਹਨ। ਸ਼ਾਲੂ ਕਹਿੰਦੀ ਹੈ, ਸਭ ਠੀਕ ਹੈ? ਮੋਨਿਕਾ ਕਹਿੰਦੀ, ਮਸਾਂ ਬਚਿਆ ਮੇਰਾ ਬੱਚਾ। ਡਾਕਟਰ ਨੇ ਦਵਾਈਆਂ ਦਿੱਤੀਆਂ ਹਨ। ਤੁਸੀਂ ਤਾਂ ਮੈਨੂੰ ਕੁਝ ਚੰਗਾ ਖਾਣਾ ਨਹੀਂ ਬਣਾ ਕੇ ਦੇਣਾ। ਨਹੀਂ ਸ਼ਾਲੂ, ਇਸ ਦੇ ਵਿੱਚ ਮੇਰਾ ਕੀ ਕਸੂਰ ਹੈ? ਤੁਸੀਂ ਰੋਜ਼ ਬਾਹਰ ਦਾ ਖਾਣਾ ਮੰਗਵਾ ਕੇ ਖਾਂਦੇ ਸੀ। ਦੀਪਾ ਹੁਣ ਬਸ ਕਰ ਮਾਂ, ਤੇਰੀ ਵਜ੍ਹਾ ਨਾਲ ਸਾਡੇ ਬੱਚੇ ਨੂੰ ਕੁਝ ਹੋ ਜਾਂਦਾ ਤਾਂ ਸ਼ਾਲੂ ਮੇਰੇ ਕਰਕੇ। ਦੇਖ ਪੁੱਤ, ਮੋਨਿਕਾ ਤਾਂ ਬੇਗਾਨੀ ਧੀ ਹੈ, ਪਰ ਤੂੰ ਤਾਂ ਮੇਰਾ ਹੀ ਖੂਨ ਹੈ। ਮੈਂ ਤੈਨੂੰ ਕਿਵੇਂ ਪਾਲਿਆ ਇਹ ਤਾਂ ਮੈਂ ਹੀ ਜਾਣਦੀ ਹਾਂ। ਮੈਂ ਤੇਰੇ ਨਾਲੋਂ ਵੱਧ ਖੁਸ਼ ਹਾਂ ਕਿ ਮੈਂ ਦਾਦੀ ਬਣ ਜਾਵਾਂਗੀ। ਤੂੰ ਸੋਚ ਵੀ ਕਿਵੇਂ ਲਿਆ ਮੈਂ ਤੇਰੇ ਬੱਚੇ ਦਾ ਨੁਕਸਾਨ ਕਰਾਂਗੀ। ਜਿਸ ਮਾਂ ਲਈ ਤੂੰ ਕੱਲ ਤੱਕ ਆਪਣੀ ਜਾਨ ਕੁਰਬਾਨ ਕਰਦਾ ਸੀ, ਅੱਜ ਉਹੀ ਮਾਂ ਤੇਰੀ ਦੁਸ਼ਮਣ ਬਣ ਗਈ। ਦੀਪਾ ਕਹਿੰਦਾ, ਬਸ ਕਰ ਮਾਂ, ਮੈਂ ਹੁਣ ਤੇਰਾ ਹੋਰ ਭਾਸ਼ਣ ਨਹੀਂ ਸੁਣਨਾ। ਮੈਂ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦਾ। ਦੀਪਾ ਬਹੁਤ ਗੁੱਸੇ ਵਿੱਚ ਸੀ। ਦੀਪਾ ਅੰਦਰੋਂ ਕੁਹਾੜੀ ਚੁੱਕ ਲਿਆਉਂਦਾ ਹੈ ਤੇ ਮਾਂ ਦੇ ਦੋਵੇਂ ਹੱਥ ਵੱਢ ਦਿੰਦਾ ਹੈ। ਸ਼ਾਲੂ ਨੇ ਰੋਂਦੀ ਹੋਈ ਨੇ ਕਿਹਾ, ਵਾਹ ਦੀਪੇ ਪੁੱਤ, ਮੇਰੀਆਂ ਕੁਰਬਾਨੀਆਂ ਦਾ ਕਰਜ਼ਾ ਚੁਕਾ ਦਿੱਤਾ ਹੈ। ਮੈਂ ਤੇਰਾ ਵਿਆਹ ਇਸ ਲਈ ਨਹੀਂ ਕੀਤਾ ਸੀ ਕਿ ਤੂੰ ਮੈਨੂੰ ਅਪਾਹਜ ਬਣਾ ਦੇਵੇਂ। ਮੈਂ ਤੇਰਾ ਵਿਆਹ ਇਸ ਲਈ ਕੀਤਾ ਸੀ ਕਿ ਤੇਰਾ ਘਰ ਵਸ ਜਾਵੇ ਤੇ ਮੇਰਾ ਬੁਢਾਪਾ ਵਧੀਆ ਲੰਘ ਜਾਵੇ। ਇਸ ਕੁੜੀ ਦਾ ਕਸੂਰ ਨਹੀਂ ਹੈ। ਇਹ ਤੂੰ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਹੈ। ਕਸੂਰ ਤਾਂ ਤੇਰਾ ਹੀ ਹੈ। ਤੂੰ ਮਾਂ ਦੇ ਪਿਆਰ ਨੂੰ ਨਹੀਂ ਸਮਝਿਆ, ਪਤਨੀ ਦੇ ਪਿਆਰ ਨੂੰ ਸਮਝਿਆ ਹੈ। ਮਾਂ ਦਾ ਪਿਆਰ ਵਿਅਰਥ ਰਿਹਾ ਤੇ ਪਤਨੀ ਦਾ ਪਿਆਰ ਕਾਮਯਾਬ ਹੋ ਗਿਆ। ਇਹ ਕਹਿਣ ਤੋਂ ਬਾਅਦ ਸ਼ਾਲੂ ਬੇਹੋਸ਼ ਹੋ ਗਈ ਤੇ ਉਸਦੇ ਦੋਵੇਂ ਹੱਥ ਕੱਟੇ ਹੋਏ ਕੋਲ ਪਏ ਸੀ। ਜਦੋਂ ਦੀਪੇ ਦਾ ਗੁੱਸਾ ਠੰਡਾ ਹੋਇਆ ਤਾਂ ਉਸਨੂੰ ਹੋਸ਼ ਆਇਆ, ਇਹ ਮੈਂ ਕੀ ਕਰ ਦਿੱਤਾ ਹੈ। ਉਹ ਬਹੁਤ ਰੋਇਆ ਤੇ ਆਪਣੀ ਮਾਂ ਨੂੰ ਗੋਦੀ ਵਿੱਚ ਚੁੱਕ ਕੇ ਹਸਪਤਾਲ ਪਹੁੰਚ ਗਿਆ ਤੇ ਡਾਕਟਰ ਨੂੰ ਹੱਥ ਜੋੜ ਕੇ ਮਾਂ ਨੂੰ ਬਚਾਉਣ ਲਈ ਬੇਨਤੀ ਕੀਤੀ। ਪਰ ਦੇਰੀ ਹੋਣ ਕਾਰਨ ਉਸ ਦਾ ਬਹੁਤ ਸਾਰਾ ਖੂਨ ਵਹਿ ਚੁੱਕਾ ਸੀ ਤੇ ਉਸ ਨੂੰ ਬਚਾਉਣਾ ਲਗਭਗ ਅਸੰਭਵ ਸੀ। ਸ਼ਾਲੂ ਨੇ ਆਖਰੀ ਸਾਹਾਂ ਵਿੱਚ ਆਪਣੇ ਪੁੱਤਰ ਦੀਪੇ ਨੂੰ ਕਿਹਾ, ਜੋ ਤੂੰ ਮੇਰੇ ਨਾਲ ਕੀਤਾ, ਰੱਬ ਤੇਰੇ ਨਾਲ ਕਦੇ ਨਾ ਕਰੇ। ਮੇਰੀਆਂ ਕੁਰਬਾਨੀਆਂ ਦੀ ਸਜ਼ਾ ਤੂੰ ਮੈਨੂੰ ਮੌਤ ਦੇਵੇਂਗਾ, ਮੈਂ ਕਦੇ ਨਹੀਂ ਸੋਚਿਆ ਸੀ। ਪਰ ਮੈਂ ਫਿਰ ਵੀ ਇਹੀ ਚਾਹਾਂਗੀ ਕਿ ਤੂੰ ਤੇ ਮੋਨਿਕਾ ਦੋਵੇਂ ਖੁਸ਼ ਰਹੋ। ਇਹ ਕਹਿ ਕੇ ਸ਼ਾਲੂ ਹਸਪਤਾਲ ਵਿੱਚ ਹੀ ਮਰ ਜਾਂਦੀ ਹੈ। ਦੀਪੇ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਅਜਿਹਾ ਕੀ ਹੋ ਗਿਆ ਕਿ ਮੈਂ ਗੁੱਸੇ ਵਿੱਚ ਆ ਕੇ ਅਜਿਹਾ ਪਾਪ ਕਰ ਦਿੱਤਾ। ਦੀਪਾ ਰੋਂਦਾ ਹੋਇਆ ਪੁਲਿਸ ਕੋਲ ਜਾਂਦਾ ਹੈ ਤੇ ਆਪਣਾ ਜੁਰਮ ਕਬੂਲ ਕਰਦਾ ਹੈ। ਪਰ ਇੱਥੇ ਵੀ ਉਸ ਦੀ ਮਾਂ ਸ਼ਾਲੂ ਨੇ ਉਸ ਨੂੰ ਇੱਕ ਹੋਰ ਨਵਾਂ ਜੀਵਨ ਦੇ ਦਿੱਤਾ। ਆਪਣੀ ਮੌਤ ਤੋਂ ਪਹਿਲਾਂ ਹੋਈ ਪੁਲਿਸ ਕਾਰਵਾਈ ਵਿੱਚ ਸ਼ਾਲੂ ਨੇ ਖੁਦ ਨੂੰ ਦੋਸ਼ੀ ਠਹਿਰਾਇਆ। ਸ਼ਾਇਦ ਇਹੀ ਦੀਪੇ ਦੀ ਉਮਰ ਭਰ ਦੀ ਸਜ਼ਾ ਸੀ। ਮਾਂ ਦਾ ਪਿਆਰ ਮਰਨ ਤੋਂ ਬਾਅਦ ਵੀ ਜਿਉਂਦਾ ਤੇ ਅਮਰ ਰਹਿੰਦਾ ਹੈ। ਪਰ ਆਪਣੀ ਮਾਂ ਦੇ ਮਾਫ ਕਰਨ ਤੋਂ ਬਾਅਦ ਵੀ ਦੀਪੇ ਨੂੰ ਰਾਤ ਨੀਂਦ ਨਹੀਂ ਆਈ। ਉਸ ਦੀ ਮਾਂ ਦੇ ਕੱਟੇ ਹੋਏ ਹੱਥ ਉਸ ਨੂੰ ਵਾਰ-ਵਾਰ ਡਰਾਉਂਦੇ, ਰੋਣ ਲਈ ਮਜਬੂਰ ਕਰਦੇ ਸਨ। ਇਹ ਸਿਲਸਿਲਾ ਉਸ ਦੇ ਜਿੰਦਾ ਰਹਿਣ ਤੱਕ ਜਾਰੀ ਰਿਹਾ। ਦੋਸਤੋ, ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ। ਹੋਰ ਕਹਾਣੀਆਂ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ।